मेरे सिख सुनो पुत भाइयो, मेरे हर भाना आओ मैं पास जियो। हर भाना गुर पाया, मेरा हर पाव करे शाबाश जियो। भगत सतगुर पुरख सोई, जिस हर प्रभ पाना पावे। आनंद अनहद वजै वाजे, हर आप गल मिलावे। तुसी पुत भाई परिवार मेरा, मन वेखो कर निर्जास जियो। तुर लिखिया परवाना फिरै नाही, गुर जाए हर प्रभु पास जियो। तीजे अंक विच बाबा सुंदर जी फरमान कर रहे ने, मेरे सिख सुनो पुत भाईओ, मेरा हर भाना आओ मैं पास जियो। कि परदादा जी ने सारे परिवार नूं इकट्ठा करके सिखां नूं, पुत्रां नूं, संगतां नूं इकत्तर करन तो बाद यह संदेश दिता, हे मेरे सिखो सुनो, पुत भाईओ, हे मेरे भरावो, हे मेरे पुत्रो सुनो। ਜਦੋਂ ਇੱਕ ਸਿੱਖ ਵਾਸਤੇ ਆਏਗਾ ਇਹ ਲਫ਼ਜ਼ ਤੇ ਉਹਨੂੰ ਔਂਕੜ ਲੱਗਿਆ ਹੋਏਗਾ। ਹੁਣ ਇੱਥੇ ਬਹੁਤੇ ਸਿੱਖਾਂ ਦੀ ਗੱਲ ਹੈ, ਬਹੁਤੇ ਪੁੱਤਰਾਂ ਦੀ ਗੱਲ ਹੈ, ਤੇ ਤੱਤਾ ਵੀ ਮੁਕਤਾ ਤੇ ਖੱਖਾ ਵੀ ਮੁਕਤਾ ਹੈ। ਹੇ ਮੇਰੇ ਪੁੱਤਰੋ, ਹੇ ਮੇਰੇ ਸਿੱਖੋ, ਨਾਲੇ ਇਹ ਐਡਰੈਸ ਕੀਤਾ ਗਿਆ ਹੈ, ਸੰਬੋਧਨੀ ਹੈ। ਮੇਰੇ ਹਰ ਭਾਣਾ, ਮੇਰੇ ਹਰੀ ਦਾ ਇਹ ਹੁਕਮ ਹੈ, ਮੇਰੇ ਹਰੀ ਦਾ ਇਹ ਭਾਣਾ ਹੈ, ਆਓ ਮੈਂ ਪਾਸ ਜੀਓ, ਕਿ ਮੇਰੇ ਕੋਲ ਤੁਸੀਂ ਹੁਣ ਆ ਜਾਓ। ਇਹਦਾ ਪਾਠ ਕਰਨ ਲੱਗਿਆਂ ਧਿਆਨ ਰੱਖਣਾ, मेरे सिख सुनो पुत भाईओ, मेरा हर भाना आओ। आम तौर पर इत्थे विश्राम असीं लाने आ, मेरा हर भाना, मेरे हरी दा ये भाना है, आओ मैं पास जियो, मेरे कोल आ जाओ हुण तुसीं। हर भाना गुर भाया, हरी दा भाना गुरु नूं चंगा लग गया, गुरु दे मन विच भा गया। मेरा हर प्रभ करै शाबाश जियो। ਤੇ ਜਦੋਂ ਭਾਣਾ ਚੰਗਾ ਲੱਗਿਆ ਗੁਰੂ ਦੇ ਹਿਰਦੇ ਵਿੱਚ, ਗੁਰੂ ਦੇ ਮਨ ਵਿੱਚ, ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬਾਬਾ ਸੁੰਦਰ ਜੀ ਦੀ ਰਾਹੀਂ ਕਿ ਹਰੀ ਜਿਹੜਾ ਪ੍ਰਮਾਤਮਾ ਹੈ ਉਹ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸ਼ਾਬਾਸ਼ ਸ਼ਾਬਾਸ਼ ਕਹਿ ਰਿਹਾ ਹੈ, ਧੰਨਤਾ ਜੋ ਕਹਿ ਰਿਹਾ ਹੈ। ਔਰ ਬਾਬਾ ਸੁੰਦਰ ਜੀ ਕਹਿੰਦੇ, ਜੇ ਆਪਾਂ ਭਗਤ ਦੀ ਪਰਿਭਾਸ਼ਾ ਡੈਫੀਨੇਸ਼ਨ ਕੀ ਹੈ, ਸਤਿਗੁਰੂ ਦੀ ਡੈਫੀਨੇਸ਼ਨ ਕੀ ਹੈ, ਸਤਿਗੁਰ ਪੁਰਖ ਦੀ, ਆਮ ਤੌਰ ਦੇ ਉੱਤੇ ਆਪਾਂ ਇਹ ਮੰਗ ਵੀ ਕਰਦੇ ਹਾਂ ਕਿ ਸਾਨੂੰ ਭਗਤ ਕੌਣ ਹੋ ਸਕਦਾ ਹੈ ਉਹਦੀ ਸਮਝ ਲੱਗ ਸਕੇ, ਸਤਿਗੁਰੂ ਕੌਣ ਹੋ ਸਕਦਾ ਉਹਦੀ ਸਮਝ ਲੱਗ ਸਕੇ। ਗੁਰਬਾਣੀ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਗੱਲਾਂ ਖੋਲੀਆਂ ਗਈਆਂ, ਪਰ ਇੱਥੇ ਬਹੁਤ ਗੱਲ ਨੂੰ ਐਵਰੀਵੇਟ ਕਰ ਦਿੱਤਾ ਗਿਆ, ਬਹੁਤ ਬਰੀਫ ਸੰਖੇਪ ਕਰ ਦਿੱਤਾ ਗਿਆ ਬਾਬਾ ਜੀ ਵੱਲੋਂ। ਕਹਿਣ ਲੱਗੇ ਭਗਤ ਸਤਿਗੁਰ ਪੁਰਖ ਸੋਈ। ਜੇ ਸਤਿਗੁਰੂ ਦੇ ਬਾਰੇ ਪੁੱਛਦੇ ਹੋ, ਭਗਤ ਦੇ ਬਾਰੇ ਪੁੱਛਦੇ ਹੋ, ਤੇ ਉਹਨਾਂ ਦੀ ਇੱਕੋ ਡੈਫੀਨੇਸ਼ਨ ਹੈ, ਇੱਕੋ ਪਰਿਭਾਸ਼ਾ। ਕਿਹੜੀ? ਜਿਸ ਹਰ ਪ੍ਰਭ ਭਾਣਾ ਭਾਵੇ। ਜਿਹਨੂੰ ਹਰੀ ਦਾ ਭਾਣਾ ਚੰਗਾ ਲੱਗੇ ਉਹੀ ਭਗਤ ਹੋ ਸਕਦਾ ਹੈ, ਜਿਹਨੂੰ ਪ੍ਰਮਾਤਮਾ ਦਾ ਹੁਕਮ ਚੰਗਾ ਲੱਗੇ ਉਹੀ ਸਤਿਗੁਰੂ ਹੋ ਸਕਦਾ ਹੈ। ਜਿਹੜਾ ਸਤਿਗੁਰੂ ਉਸ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਹੋਏਗਾ ਉਹ ਭਗਤ ਨਹੀਂ ਹੋ ਸਕਦਾ, ਨਾ ਹੀ ਉਹ ਸਤਿਗੁਰੂ ਹੋ ਸਕਦਾ ਹੈ। ਅੱਜ ਸਾਡੇ ਝਗੜੇ ਨੇ ਵੀ ਫਲਾਣੇ ਨੂੰ ਗੁਰੂ ਕਹੋ ਜੀ, ਇਹਨੂੰ ਸਤਿਗੁਰੂ ਕਹੋ ਜੀ। ਗੁਲਾਬ ਦੇ ਫੁੱਲ ਨੂੰ ਕੋਈ ਨਾਂ ਦੇ ਲਓ, ਉਹਦੀ ਸੁਗੰਧੀ 'ਚ ਕੋਈ ਫਰਕ ਨਹੀਂ ਪੈਣ ਲੱਗਾ। ਗੁਲਾਬ ਦਾ ਫੁੱਲ ਤਾਂ ਗੁਲਾਬ ਦਾ ਫੁੱਲ ਹੈ, ਤੁਸੀਂ ਉਹਨੂੰ ਗੁਰੂ ਕਹਿ ਕੇ ਸੰਬੋਧਨ ਕਰ ਲਓ, ਉਹਨੂੰ ਭਗਤ ਕਹਿ ਕੇ ਸੰਬੋਧਨ ਕਰ ਲਓ, ਕੀ ਫਰਕ? ਉਹਦੇ ਅੰਦਰ ਤਾਂ ਨਾਮ ਦੀ ਸੁਗੰਧ ਹੀ ਹੈ। ਔਰ ਉਹ ਤਾਂ ਆਪਣੀ ਜ਼ਿੰਦਗੀ ਦਾ ਅਕੀਦਾ ਬਣਾ ਕੇ ਬੈਠੇ ਨੇ ਕਿ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਇਹਦੀ ਤੁਲਨਾ ਕਿਸੇ ਗੱਲ ਨਾਲ ਕੀਤੀ ਨਹੀਂ ਜਾ ਸਕਦੀ। ਹੁਣ ਭਗਤ ਤੇ ਸਤਿਗੁਰੂ ਕੌਣ ਹੋ ਸਕਦੇ ਆ? ਜਿਸ ਹਰ ਪ੍ਰਭ ਭਾਣਾ ਭਾਵੇ, ਜਿਹਨਾਂ ਨੂੰ ਹਰੀ ਤੇ ਪ੍ਰਭੂ ਦਾ ਭਾਣਾ ਚੰਗਾ ਲੱਗੇ, ਉਹਦਾ ਹੁਕਮ ਚੰਗਾ ਲੱਗੇ। ਫਿਰ ਜਦੋਂ ਹੁਕਮ ਚੰਗਾ ਲੱਗ ਜਾਏ, ਜਿਨ੍ਹਾਂ ਅਸੀਂ ਬਾਜਿਆਂ ਗਾਜਿਆਂ ਨੂੰ, ਜਿਨ੍ਹਾਂ ਖੁਸ਼ੀਆਂ ਨੂੰ ਅਸੀਂ ਲੱਭਦੇ ਫਿਰਦੇ ਹਾਂ ਨਾ, ਕਿ ਸਾਡਾ ਕੋਈ ਸਮਾਗਮ ਹੋਵੇ ਆਨੰਦ ਕਾਰਜ ਦਾ, ਦੂਜਾ ਤੀਜਾ, ਤੇ ਅਸੀਂ ਭਾਈ ਸਾਹਿਬ ਨੂੰ ਸਿਫਾਰਿਸ਼ ਕਰਦੇ, ਭਾਈ ਸਾਹਿਬ ਜੀ ਆਹ ਸ਼ਬਦ ਜ਼ਰੂਰ ਪੜ੍ਹਿਓ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਸ਼ਬਦ ਜ਼ਰੂਰ ਸੁਣਾਇਓ। ਪਰ ਬਾਬਾ ਸੁੰਦਰ ਜੀ ਕਹਿੰਦੇ ਜਿਹੜਾ ਮਨੁੱਖ ਹਰੀ ਦੇ ਭਾਣੇ ਨੂੰ ਚੰਗਾ ਕਰਕੇ ਮੰਨ ਲਵੇ, ਉਹਦੇ ਜੀਵਨ ਵਿੱਚ ਇੰਨੀਆਂ ਖੁਸ਼ੀਆਂ ਭਰ ਜਾਂਦੀਆਂ ਨੇ, ਆਨੰਦ ਅਨਹਦ। ਅਨਹਦ ਦਾ ਭਾਵ ਹੈ ਇੱਕ ਰਸ। ਅੱਜ ਪੈਸਾ ਪ੍ਰਾਪਤ ਹੋ ਗਿਆ, ਖੁਸ਼ੀ ਪ੍ਰਾਪਤ ਹੋ ਗਈ, ਕੱਲ ਨੂੰ ਕੰਗਾਲ ਹੋ ਗਿਆ, ਖੁਸ਼ੀਆਂ ਖਤਮ ਹੋ ਗਈਆਂ। ਇੱਕ ਰਸ ਖੁਸ਼ੀ ਨਹੀਂ। ਉਹ ਪੁੱਤਰ ਪ੍ਰਾਪਤ ਹੋ ਗਿਆ, ਅਰਦਾਸਾਂ ਕੀਤੀਆਂ, ਭਾਈ ਸਾਹਿਬ ਤੋਂ ਅਰਦਾਸਾਂ ਕਰਵਾਈਆਂ, ਪੁੱਤਰ ਦੀ ਦਾਤ ਪ੍ਰਾਪਤ ਹੋ ਜਾਏ। ਹੁਣ ਜਦੋਂ ਅੱਧੀ ਰਾਤ ਨੂੰ ਸ਼ਰਾਬ ਪੀ ਕੇ ਜੂਆ ਖੇਡ ਕੇ ਘਰ ਵੜਿਆ ਨਾ, ਉਹ ਮਾਂ ਆਖਦੀ ਹੈ ਚੰਗਾ ਸੀ ਤੂੰ ਨਾ ਹੀ ਜੰਮਦਾ।
ਕਿਹੜੀ ਖੁਸ਼ੀ ਪ੍ਰਾਪਤ ਹੋਈ ਉਹਦੇ ਨਾਲ। ਉਹ ਖੁਸ਼ੀ ਜਿਹੜੀ ਹੈ ਇੱਕ ਰਸ ਖੁਸ਼ੀ ਨਹੀਂ, ਅਨਹਦ ਨਹੀਂ। ਇਹ ਜਿਹੜਾ ਆਨੰਦ ਸਾਨੂੰ ਪ੍ਰਾਪਤ ਹੋਏਗਾ ਇਹ ਅਨਹਦ ਆਨੰਦ ਵੱਜੇ ਬਾਜੇ ਭਾਵ ਜਿਵੇਂ ਬਾਜੇ ਗਾਜਿਆਂ ਦੇ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ, ਸਤਿਗੁਰੂ ਕਹਿੰਦੇ ਉਹਦੇ ਅੰਦਰ ਨਿਰੰਤਰ ਇਹ ਖੁਸ਼ੀ ਦੇ ਬਾਜੇ ਵੱਜਦੇ ਰਹਿੰਦੇ ਨੇ, ਜਿਹਨੂੰ ਸਤਿਗੁਰੂ ਕਹਿੰਦੇ ਬਾਜੇ ਅਨਹਦ ਤੂਰੇ। ਹਮੇਸ਼ਾ ਵਾਸਤੇ ਖੁਸ਼ੀਆਂ, ਹਮੇਸ਼ਾ ਵਾਸਤੇ ਹਾਰਮਨੀ, ਹਮੇਸ਼ਾ ਵਾਸਤੇ ਉਹ ਰਹੱਸ, ਉਹ ਖੇੜਾ। ਤੇ ਫਿਰ ਉਸ ਖੁਸ਼ੀ ਦਾ ਸਦਕਾ ਕੀ ਹੋਇਆ? ਹਰ ਆਪ ਗਲ ਮੇ ਲਾਵੇ। ਹਰੀ ਕਹਿੰਦਾ ਵੀ ਆ ਮੇਰੇ ਗਲ ਨੂੰ ਲੱਗ ਜਾ। ਜਿਵੇਂ ਮਾਂ ਬਾਹਾਂ ਅੜ ਕੇ ਖੜ ਗਈ, ਪੁੱਤਰ ਨੂੰ ਕਹਿਣ ਲੱਗੀ ਆ ਮੇਰੀ ਛਾਤੀ ਨਾਲ ਲੱਗ ਜਾ, ਮੇਰੇ ਗਲ ਨਾਲ ਲੱਗ ਜਾ। ਫਿਰ ਉਸ ਪੁੱਤਰ ਨੂੰ, ਉਸ ਭਗਤ ਨੂੰ, ਉਸ ਸਤਿਗੁਰੂ ਨੂੰ ਅਰਦਾਸ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਵੀ ਮੇਰੀ ਤੂੰ ਰਾਖੀ ਕਰਨੀ ਹੈ। ਵੇਖੋ ਨਾ, ਘਰ ਛੋਟਾ ਜਿਹਾ ਬੱਚਾ ਹੁੰਦਾ ਸਾਡਾ, ਰਿੜਦਾ ਹੈ, ਉਹ ਕੋਈ ਬੋਲੀ ਨਹੀਂ ਜਾਣਦਾ, ਭਾਸ਼ਾ ਨਹੀਂ ਜਾਣਦਾ। ਹੇਠਾਂ ਲੱਗਿਆ ਪਾਵਰ ਪਲੱਗ, ਬੱਚਾ ਰਿੜਦਾ ਰਿੜਦਾ ਪਾਵਰ ਪਲੱਗ ਜਾ ਕੇ ਉਂਗਲੀ ਦੇਣ ਲੱਗਾ ਹੈ। ਮਾਂ ਧਿਆਨ ਨਾਲ ਵੇਖਦੀ, ਦੌੜ ਕੇ ਆ ਗਈ, ਉਹਨੇ ਚੁੱਕ ਲਿਆ। ਬੱਚੇ ਨੇ ਆਵਾਜ਼ ਨਹੀਂ ਮਾਰੀ, ਬੱਚੇ ਨੇ ਬੇਨਤੀ ਨਹੀਂ ਕੀਤੀ। ਉਹ ਗੈਸ ਵੱਲ ਨੂੰ ਵਧਿਆ, ਰਸੋਈ ਜਾ ਵੜਿਆ, ਲੇਕਿਨ ਮਾਂ ਤੇ ਪਿਓ ਵੇਖਦੇ ਨੇ, ਭੈਣ ਭਰਾ ਵੇਖਦੇ ਨੇ, ਜਾ ਕੇ ਦੌੜ ਕੇ ਚੁੱਕਿਆ ਉਹਨੇ। ਉਹਨੂੰ ਅਰਦਾਸ ਕਰਨ ਦੀ, ਬੇਨਤੀ ਕਰਨ ਦੀ ਲੋੜ ਨਹੀਂ ਪਈ ਉਹਨੂੰ। ਸਤਿਗੁਰੂ ਕਹਿੰਦੇ ਜਿਹੜਾ ਉਹਦਾ ਬਣ ਜਾਏ ਨਾ, ਉਹਦੇ ਭਾਣੇ ਚ ਆ ਜਾਏ, ਫਿਰ ਉਹਦਾ ਵੀ ਇਹ ਸਵਾਹ ਹੈ ਕਿ ਸੇਵਕ ਕੋ ਨਿਕਟੀ ਹੋਏ ਦਿਖਾਵੇ, ਜਾਂ ਜਾਂ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉੱਠ ਧਾਵੇ। ਉਹ ਤਾਂ ਦੌੜ ਦੌੜ ਕੇ ਰਾਖੀ ਕਰਦਾ ਹੈ। ਔਰ ਜਿਹੜਾ ਸਤਿਗੁਰੂ ਹੈ ਉਹ ਇਹੋ ਜਿਹਾ ਹੈ ਵੀ ਕੇਵਲ ਇਹ ਨਹੀਂ ਵੀ ਇਸ ਲੋਕ ਦਾ ਹੀ ਹੈ। ਦੋਵੇਂ ਥਾਮ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਚਾਹੇ ਇਸ ਲੋਕ ਦੀ ਗੱਲ, ਪਰਲੋਕ ਦੀ ਗੱਲ, ਉਹਨੇ ਹਰ ਥਾਂ ਦੇ ਉੱਤੇ ਸਾਡੀ ਰਾਖੀ ਕਰਨੀ ਹੈ। ਆਨੰਦ ਅਨਹਦ ਵੱਜੈ ਬਾਜੇ, ਹਰ ਆਪ ਗਲ ਮੇ ਲਾਵੇ। ਹਰੀ ਜਿਹੜਾ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪਣੇ ਗਲ ਨਾਲ ਮਿਲਾ ਰਿਹਾ ਹੈ, ਗਲ ਨਾਲ ਲਾ ਕੇ ਪਿਆਰ ਕਰ ਰਿਹਾ ਹੈ। ਤੇ ਫਿਰ ਸਾਹਿਬ ਕਹਿਣ ਲੱਗੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਤੁਸੀਂ ਮੇਰੇ ਪੁੱਤਰ ਹੋ, ਮੇਰਾ ਪਰਿਵਾਰ ਹੋ, ਮੇਰੇ ਭਰਾ ਹੋ। ਮਨ ਵੇਖੋ ਕਰ ਨਿਰਜਾਸ ਜੀਓ। ਨਿਰਜਾਸ ਦਾ ਅਰਥ ਹੈ ਤੁਸੀਂ ਨਿਰਣਾ ਕਰਕੇ ਵੇਖੋ, ਇਹ ਡਿਸੀਜਨ ਲੈ ਕੇ ਵੇਖੋ, ਇਹ ਤੁਸੀਂ ਫੈਸਲਾ ਕਰਕੇ ਵੇਖੋ। ਨਿਰਜਾਸ ਦਾ ਭਾਵ ਨਿਰਣਾ। ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ, ਆਪਣੇ ਹਿਰਦੇ ਤੋਂ ਕਹਿ ਰਿਹਾ ਹਾਂ, ਤੁਰ ਲਿਖਿਆ ਪਰਵਾਣਾ ਫਿਰੈ ਨਹੀਂ। ਇਸੇ ਲਫ਼ਜ਼ ਨੂੰ ਪਹਿਲਾਂ ਸੱਦ ਕਿਹਾ, ਫਿਰ ਹਕਾਰਾ ਕਿਹਾ, ਹੁਣ ਉਹਨੂੰ ਪਰਵਾਣਾ ਕਿਹਾ। ਇਹ 'ਚ ਇੰਨਾ ਕੁ ਫਰਕ ਵਿਦਵਾਨ ਜ਼ਰੂਰ ਕਰਦੇ ਨੇ ਕਿ ਪ੍ਰਵਾਨ ਤੋਂ ਲੋਕਾਂ ਨੂੰ ਆਇਆ ਹੋਇਆ ਸੱਦਾ। ਜਿਵੇਂ ਇਨਵੀਟੇਸ਼ਨ ਦੀ ਗੱਲ ਕੀਤੀ ਨਾ, ਪਿਆਰ ਨਾਲ, ਖਾਸ ਤੌਰ ਦੇ ਉੱਤੇ ਜਿਵੇਂ ਕਿਸੇ ਨੂੰ ਇਨਵੀਟੇਸ਼ਨ ਦਿੱਤਾ ਗਿਆ, ਇਨਵਾਈਟ ਕੀਤਾ ਗਿਆ, ਇਵੇਂ ਪ੍ਰਵਾਨ ਤੋਂ ਲੋਕਾਂ ਨੂੰ ਵੀ ਤੂੰ ਪ੍ਰਵਾਨ ਹੋ ਗਿਆ, ਆ ਅਸੀਂ ਤੈਨੂੰ ਅਵਾਰਡ ਦੇਣਾ, ਤੇਰਾ ਸਤਿਕਾਰ ਕਰਨਾ, ਤੇਰਾ ਅਭਿਨੰਦਨ ਕਰਨਾ ਅਸੀਂ। ਤੇ ਉਸ ਸੰਬੰਧ ਦੇ ਵਿੱਚ ਆਪਾਂ ਇੰਨਾ ਕੁ ਫਰਕ ਰੱਖ ਸਕਦੇ ਹਾਂ। ਪਰ ਪ੍ਰਵਾਣਾ ਦਾ ਅਰਥ ਵੀ ਸੱਦਾ ਹੀ ਹੈ, ਇਹ ਵੀ ਉਹਦੇ ਪ੍ਰਵਾਚੀ ਲਫ਼ਜ਼ ਹੈ। ਤੁਰ ਲਿਖਿਆ ਪਰਵਾਣਾ ਫਿਰੈ ਨਹੀਂ, ਕਿ ਤੁਰ ਤੋਂ ਲਿਖਿਆ ਹੋਇਆ ਪਰਵਾਣਾ। ਜਿਵੇਂ ਸਤਿਗੁਰੂ ਕਹਿੰਦੇ, ਜਿਨ ਕੀ ਚੀਰੀ ਦਰਗਾ ਪਾਟੀ ਤੇ ਨਾ ਮਰਨਾ ਭਾਈ। ਜਿਨ੍ਹਾਂ ਦੀ ਚਿੱਠੀ ਪਾਟ ਗਈ ਨਾ, ਫਿਰ ਉਹਨਾਂ ਵਿੱਚ ਕੋਈ ਰੋਕ ਟੋਕ ਨਹੀਂ ਹੋ ਸਕਦੀ ਵੀ ਮੈਂ ਬਹੁਤ ਅਮੀਰ ਹੈ ਜੀ, ਮੇਰੇ ਕੋਲ ਬੜੀਆਂ ਫੌਜਾਂ ਹੈ ਜੀ, ਮੇਰੇ ਕੋਲ ਹੋਰ ਸਭ ਕੁਝ ਹੈ ਜੀ। ਸਤਿਗੁਰੂ ਕਹਿੰਦੇ ਮੈਂ ਆਮ ਲੋਕਾਂ ਦੀ ਤਾਂ ਗੱਲ ਤੁਹਾਡੇ ਨਾਲ ਕਰਨੀ ਨਹੀਂ ਚਾਹੁੰਦਾ। ਤੁਸੀਂ ਉਹਦੇ ਵੱਲ ਧਿਆਨ ਮਾਰ ਕੇ ਵੇਖੋ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਬਾਬਾ ਫਰੀਦ ਜੀ ਕਹਿੰਦੇ ਮੈਂ ਇੱਕ ਦਿਨ ਪੁੱਛਿਆ ਵੀ ਅੱਜ ਰਾਮਚੰਦਰ ਜੀ ਕਿੱਥੇ ਨੇ, ਰਾਵਣ ਵਰਗੇ ਕਿੱਥੇ ਨੇ, ਸਿਕੰਦਰ ਵਰਗੇ ਕਿੱਥੇ ਨੇ। ਕਹਿੰਦੇ ਮੈਂ ਗੱਲਾਂ ਕਰਦਿਆਂ ਸੁਣਿਆ, ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ। ਤੇ ਕਹਿੰਦੇ ਉਹਨਾਂ ਕੋਲ ਇੱਕੋ ਜਵਾਬ ਸੀ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਇਸ ਕਰਕੇ ਇਹਦੇ ਵਿੱਚ ਕੋਈ ਰੋਕ ਟੋਕ, ਕੋਈ ਵਿਘਨ ਨਹੀਂ ਪਾ ਸਕਦਾ। ਕਹਿੰਦੇ ਮੈਂ ਹੁਣ ਇਹ ਗੱਲ ਦਾ ਧਿਆਨ ਕਰ ਲਿਓ, ਜੇ ਗੁਰੂ ਅਮਰਦਾਸ ਜੀ ਦੇ ਨਾਲ ਕੋਈ ਥੋਥੀਆਂ ਸਾਖੀਆਂ ਜੋੜੀਆਂ ਹੋਣ ਨਾ ਵੀ ਫਲਾਣੇ ਦਾ ਪੁੱਤਰ ਜਿਉਂਦਾ ਕਰ ਦਿੱਤਾ, ਆਹ ਕਰ ਦਿੱਤਾ, ਜਿਹੜੇ ਗੁਰੂ ਅਮਰਦਾਸ ਜੀ ਦਾ ਸਿਧਾਂਤ ਇਹ ਹੋਵੇ ਕਿ ਧੁਰ ਲਿਖਿਆ ਪਰਵਾਣਾ ਫਿਰੈ ਨਹੀਂ, ਕਿ ਧੁਰ ਤੋਂ ਲਿਖਿਆ ਹੋਇਆ ਪਰਵਾਣਾ ਨਹੀਂ ਮੋੜਿਆ ਜਾ ਸਕਦਾ, ਨਹੀਂ ਫੇਰਿਆ ਜਾ ਸਕਦਾ, ਉਹ 'ਚ ਕੋਈ ਰੋਕ ਟੋਕ ਨਹੀਂ ਪਾਈ ਜਾ ਸਕਦੀ। ਉਹ ਗੁਰੂ ਅਮਰਦਾਸ ਜੀ ਇਹ ਤੋਂ ਉਲਟ ਪ੍ਰੈਕਟੀਕਲ ਨਹੀਂ ਕਰ ਸਕਦੇ, ਇਹ ਤੋਂ ਉਲਟ ਕੋਈ ਗੱਲ ਜੀਵਨ ਵਿੱਚ ਨਹੀਂ ਨਿਭਾ ਸਕਦੇ। ਕਹਿੰਦੇ ਹੁਣ ਇਹ ਤਾਂ ਨਹੀਂ ਕੀਤਾ ਜਾ ਸਕਦਾ, ਉਹਨੂੰ ਨਹੀਂ ਰੋਕਿਆ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈ ਦਾਅਵੇ ਨਾਲ, ਗੁਰ ਜਾਏ ਹਰ ਪ੍ਰਭ ਪਾਸ ਜੀਓ, ਕਿ ਗੁਰੂ ਹੁਣ ਕਿੱਥੇ ਜਾ ਰਿਹਾ ਹੈ? ਉਹ ਹਰੀ ਦੇ ਕੋਲ ਜਾ ਰਿਹਾ, ਪ੍ਰਮਾਤਮਾ ਦੇ ਕੋਲ ਜਾ ਰਿਹਾ ਹੈ। ਇਸ ਕਰਕੇ ਹੁਣ ਜਦੋਂ ਪ੍ਰਮਾਤਮਾ ਦੇ ਕੋਲ ਜਾ ਰਿਹਾ ਹੈ, ਜਿੱਥੇ ਪਹੁੰਚਣਾ ਸੀ, ਜਿੱਥੇ ਦਾ ਸਾਡਾ ਨਿਸ਼ਾਨਾ ਸੀ, ਗੋਬਿੰਦ ਬਣਨ ਕੀ ਇਹ ਤੇਰੀ ਬਰੀਆ, ਫਿਰ ਕਹਿੰਦੇ ਹੁਣ ਮੈਨੂੰ ਅਫਸੋਸ ਕਿਸੇ ਗੱਲ ਦਾ ਨਹੀਂ, ਕਿਉਂਕਿ ਮੈਂ ਹੁਣ ਖੁਸ਼ੀ ਦੇ ਨਾਲ ਜਾ ਰਿਹਾ। ਕਬੀਰ ਸਾਹਿਬ ਕਹਿੰਦੇ ਹੁਣ ਮੈਨੂੰ ਨਾ ਫਿਰ ਨਰਕਾਂ ਦਾ ਡਰ,
ना स्वर्ग दा डर, क्योंकि अब तो जाए चढ़े सिंहासन, मिले हैं सारंग पानी, राम कबीरा एक भय है, कोई ना सकै पछानी। यही अवस्था गुरु अमरदास जी को प्राप्त हो गई। हाँ जी। ਦੁਨਿਆਵੀ ਤੌਰ ਦੇ ਉੱਤੇ ਜਦੋਂ ਕਿਸੇ ਦਾ ਆਨੰਦ ਕਾਰਜ ਹੋਵੇ ਜਾਂ ਵਿਆਹ ਸ਼ਾਦੀ ਹੋਵੇ ਤੇ ਅੱਜ ਕੱਲ ਪੜ੍ਹਿਆ ਲਿਖਿਆ ਜ਼ਮਾਨਾ ਹੋਣ ਕਰਕੇ ਹੋ ਸਕਦਾ ਹੈ ਕਿ ਉਸ ਜੰਜ ਨੂੰ ਕਿਸੇ ਕਾਰਨ ਕਰਕੇ ਮੋੜ ਦਿੱਤਾ ਜਾਵੇ ਕਿ ਨਹੀਂ ਅਸੀਂ ਵਿਆਹ ਕਰਾਉਣਾ ਨਹੀਂ। ਪਤਾ ਲੱਗ ਜਾਵੇ ਕਿ ਖੋਟ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਅੱਜ ਕੱਲ ਤੇ ਮਨੁੱਖ ਇੰਨਾ ਡਿੱਗ ਚੁੱਕਾ ਹੈ, ਉਧਰੋਂ ਬਰਾਤ ਆਉਂਦੀ ਤੇ ਪਤਾ ਲੱਗਦਾ ਹੈ ਵੀ ਇੱਕ ਬੰਦਾ ਭੱਜ ਗਿਆ ਜਾਂ ਉਹ ਭੱਜ ਗਿਆ ਜਾਂ ਉਹ ਭੱਜ ਗਿਆ, ਕੋਈ ਵੀ ਹੋ ਸਕਦਾ ਹੈ ਵੀ ਬਰਾਤ ਆਈ ਹੋਈ ਹੈ, ਸਮਾਂ ਨਿਸ਼ਚਿਤ ਹੋ ਗਿਆ ਹੈ, ਕੈਂਸਲ ਕੀਤਾ ਜਾ ਸਕਦਾ ਹੈ ਜਾਂ ਕੋਈ ਭੱਜ ਕੇ ਦੂਜੇ ਪਾਸੇ ਜਾ ਸਕਦਾ ਹੈ। ਪਰ ਯਾਦ ਰੱਖਣਾ, ਜਦੋਂ ਇਹ ਮੌਤ ਰੂਪੀ ਲਾੜਾ ਵਿਆਹਣ ਵਾਸਤੇ ਆ ਜਾਏ, ਨਾ ਤੇ ਇਹਨੂੰ ਕੈਂਸਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਫਿਰ ਕੋਈ ਬੰਦਾ ਭੱਜ ਕੇ ਜਾ ਸਕਦਾ ਹੈ। ਹਜ਼ੂਰ ਉਹੀ ਇੱਥੇ ਆਖ ਰਹੇ ਨੇ ਕਿ ਦੇਖੋ ਵੀ ਇਹ ਗੱਲ ਪੱਕੀ ਬੰਨ ਲੋ, ਧੁਰ ਲਿਖਿਆ ਪਰਵਾਣਾ ਫਿਰੈ ਨਹੀਂ। ਜੋ ਧੁਰ ਤੋਂ ਲਿਖਿਆ ਹੋਇਆ ਹੁਕਮ ਹੈ ਨਾ ਵੀ ਹੁਣ ਚੱਲ, ਉਹ ਜਾਣਾ ਹੀ ਪੈਣਾ। ਹੁਣ ਇਹ ਸਿਧਾਂਤ ਸਾਨੂੰ ਕਿੰਨੇ ਗੁਰਬਾਣੀ ਚੋਂ ਮਿਲਦੇ ਨੇ। ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਅਸੀਂ ਬਸ ਕਾਰਡਾਂ ਦੇ ਉੱਤੇ ਲਿਖਾਉਣ ਵਾਸਤੇ ਪੰਕਤੀ ਲੱਭੀਏ, ਬਸ ਵਿਚਾਰੀ ਕਦੇ ਵੀ ਨਹੀਂ। ਹੁਣ ਇਹ ਕਾਰਡਾਂ ਉੱਤੇ ਪੰਕਤੀ ਲਿਖੀ ਵੀ ਗਈ ਤੇ ਰੋਈ ਵੀ ਜਾਓ। ਦੱਸੋ ਕਿਆ ਪੰਕਤੀ ਤੋਂ ਸਿੱਖਿਆ ਤੁਸੀਂ? ਜਦੋਂ ਕੱਲੇ ਆਵਹਿ ਨਾਨਕਾ ਉਦੋਂ ਦੰਦ ਕੱਢੇ, ਸੱਦੇ ਉੱਠੀ ਜਾਹੇ ਜਦੋਂ ਲੈ ਗਏ ਉਦੋਂ ਰੋਣ ਲੱਗ ਪਏ। ਇੱਕੋ ਪੰਕਤੀ ਹੈ, ਦੋ ਅਵਸਥਾਵਾਂ ਕਿੱਦਾਂ ਬਣਾ ਲਈਆਂ ਅਸੀਂ। ਸਾਨੂੰ ਤੇ ਇਸ ਪੰਕਤੀ ਨੂੰ ਪੜ੍ਹ ਕੇ ਉਹਦੀ ਰਜ਼ਾ ਵਿੱਚ ਆਉਣਾ ਚਾਹੀਦਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸਭ ਕੁਝ ਚੱਲ ਰਿਹਾ ਹੈ। ਸਤਿਗੁਰੂ ਤੇ ਕਹਿੰਦੇ ਨੇ ਜਨਮ ਹੋ ਗਿਆ ਠੀਕ, ਪਰ ਚੇਤੇ ਰੱਖੀ ਮੌਤ ਦੀ ਤਰੀਕ ਪਹਿਲਾਂ ਲਿਖਾ ਕੇ ਆਏ ਆ। ਮਰਨ ਲਿਖਾਏ ਮੰਡਲ ਮਹਿ ਆਏ। ਉਹ ਹੁਣ ਜਿਹੜੀ ਤਰੀਕ ਹੈ ਨਾ ਉੱਥੇ ਹੀ ਰਹਿਣੀ। ਹੁਣੇ ਸੋਹਿਲਾ ਸਾਹਿਬ ਦੀ ਬਾਣੀ ਦਾ ਅਸੀਂ ਪਾਠ ਬੋਧ ਕਰਕੇ ਹਟੇ ਹਾਂ, ਅਰਥ ਵਿਚਾਰ ਕੀਤੇ ਨੇ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਉਹ ਤੋਂ ਪਹਿਲਾਂ ਕਿਹਾ ਸੀ ਸੰਬਤ ਸਾਹਾ ਲਿਖਿਆ। ਉਹ ਸਮਾਂ ਵਿਆਹੇ ਜਾਣ ਦੀ ਤਰੀਕ ਲਿਖੀ ਜਾ ਚੁੱਕੀ ਹੈ। ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ। ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇ ਖਾਲੇ ਆਏ। ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਣਾਏ। ਇਹਨੇ ਨਹੀਂ ਛੱਡ ਕੇ ਜਾਣਾ, ਉਹਨੇ ਐਨ ਮਿੱਥੀ ਡੇਢ ਉੱਤੇ ਆ ਜਾਣਾ ਤੇ ਉਹਨੇ ਵਿਆਹ ਕੇ ਇਸ ਨੂੰ ਨਾਲ ਲੈ ਜਾਣਾ ਹੈ। ਜਿਸ ਕੀ ਪੁੱਜੈ ਔਧ ਤਿਸੈ ਕੌਣ ਰਾਖਈ। ਆਵਤ ਕਿਨੇ ਨਾ ਰਾਖਿਆ। ਜਦੋਂ ਜਨਮ ਹੋਇਆ ਕੋਈ ਰੱਖ ਸਕਿਆ? ਕੋਈ ਨਹੀਂ ਰੱਖ ਸਕਿਆ। ਜਨਮ ਹੋਣਾ ਹੈ ਤੇ ਹੋਣਾ ਹੀ ਹੈ। ਤੇ ਚੇਤੇ ਰੱਖੋ ਜਾਵਤ ਕਿਉਂ ਰਾਖਿਆ ਜਾਏ। ਉਦੋਂ ਵੀ ਸਾਡੀ ਕੋਈ ਸਿਆਣਪ ਚਲਾਕੀ ਨਹੀਂ ਚੱਲੇਗੀ। ਯਾਦ ਰੱਖੋ ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸੋ ਜਦੋਂ ਸਾਰਿਆਂ ਨੇ ਜਾਣਾ ਹੀ ਹੈ, ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ। ਖੇਡ ਹੁੰਦੀ ਹੈ ਨਾ ਤੇ ਬੱਚਿਆਂ ਸਿਰ ਵਾਰੀ ਆਉਂਦੀ ਹੈ। ਤੇ ਜਿਸ ਬੱਚੇ ਸਿਰ ਵਾਰੀ ਆਵੇ ਤੇ ਅੱਗੋਂ ਆਕੜ ਕੇ ਖੜ ਜੇ ਮੈਂ ਨਹੀਂ ਵਾਰੀ ਦਿੰਦਾ, ਫਿਰ ਕੀ ਹੁੰਦਾ? ਬਾਕੀ ਦੀ ਮਿਲਕ ਨੂੰ ਕਟਾਈ ਕਰਦੇ ਇਹਦੀ, ਉਹਨੂੰ ਬੁਰਾ ਭਲਾ ਕਹਿੰਦੇ ਜਾ ਤੇਰੇ ਨਾਲ ਖੇਡਦੇ ਨਹੀਂ ਹੈਗੇ, ਤੇਰੇ ਨਾਲ ਬੋਲਦੇ ਹੀ ਨਹੀਂ ਹੈਗੇ। ਹੁਣ ਸਾਡੀ ਵੀ ਤੇ ਵਾਰੀ ਹੈ। ਜੇ ਰੱਬ ਨੇ ਹੁਣ ਖੇਡਣ ਦੀ ਵਾਰੀ ਸਾਨੂੰ ਬਖਸ਼ਿਸ਼ ਕੀਤੀ, ਪਹਿਲੀ ਗੱਲ ਤੇ ਖੇਡੇ ਨਹੀਂ ਚੰਗੀ ਤਰ੍ਹਾਂ, ਆਪਣੀ ਟੀਮ ਨੂੰ ਹੀ ਹਰਾ ਦਿੱਤਾ। ਯਾਦ ਰੱਖੋ ਜੇ ਖੇਡੀਏ ਨਾ ਸਾਡੀ ਟੀਮ ਹਾਰਦੀ ਏ। ਕਿੰਨੀ ਟੀਮ ਸੀ, ਹੱਥਾਂ ਪੈਰਾਂ ਨੱਕ ਕੰਨਾਂ ਇਹਨਾਂ ਸਾਰਿਆਂ ਨਾਲ ਮਿਲ ਕੇ, ਕਿ ਸਾਡੀ ਟੀਮ ਨਹੀਂ ਬਣਦੀ। ਪਰ ਵੇਖੋ ਅਸੀਂ ਇਸ ਟੀਮ ਨੂੰ ਲੈ ਕੇ ਵੀ ਚੰਗੀ ਤਰ੍ਹਾਂ ਖੇਡ ਨਹੀਂ ਖੇਡੀ ਤੇ ਹਾਰ ਗਏ। ਜਾਣਾ ਤੇ ਪੈਣਾ ਹੀ ਹੈ ਖੇਡ ਖਤਮ ਹੋਣ ਤੋਂ ਬਾਅਦ। ਜਿਹਨੇ ਭੇਜੀ ਸੀ ਇਹ ਟੀਮ ਉਹਨੂੰ ਜਾ ਕੇ ਦੱਸਣਾ ਤੇ ਪੈਣਾ ਸੀ ਹਾਰੇ ਕਿਉਂ ਆ। ਉਹਨੇ ਵੀ ਸਾਨੂੰ ਸੁਣਾਣੀਆਂ ਵੀ ਚੰਗੀ ਤਰ੍ਹਾਂ ਵੀ ਤੈਨੂੰ ਇੰਨਾ ਵਧੀਆ ਟੀਮ ਬਖਸ਼ਿਸ਼ ਕੀਤੀ, ਤੂੰ ਚੰਗੀ ਤਰ੍ਹਾਂ ਵੇਖ ਸਕਦਾ ਸੀ, ਚੰਗੀ ਤਰ੍ਹਾਂ ਸੁਣ ਸਕਦਾ ਸੀ, ਚੰਗੀ ਤਰ੍ਹਾਂ ਬੋਲ ਸਕਦਾ ਸੀ, ਚੰਗੀ ਤਰ੍ਹਾਂ ਤੁਰ ਸਕਦਾ ਸੀਗਾ, ਤੂੰ ਇਹਦਾ ਸਦਉਪਯੋਗ ਹੀ ਨਹੀਂ ਕੀਤਾ ਹੈਗਾ। ਤੇ ਉਦੋਂ ਮਨੁੱਖ ਡਰੀ ਜਾਏ, ਮੈਂ ਜਾਣਾ ਹੀ ਕੋਈ ਨਹੀਂ,
नहीं नहीं, जाना तो पएगा। पर जिन्हां ने इन्हां दा सद उपयोग किया, बाणी बोले, बाणी सुनी, बाणी नूं वेख्या, बाणी दे घर वल तुरे, बाणी नूं हत्थां विच पकड़िया, उन्हां ने अपनी इस सारी टीम दे नाल इस खेड नूं जित लिया। फिर अकाल पुरख वाहिगुरू जी ने उन्हां नूं शाबाश देनी ही देनी है। उन्हां नूं रब जी ने अपनी बख्शिश का पात्र बनाना ही बनाना है। सो इस पौड़ी दे विच भी हजूर यही सानू समझा रहे हैं कि देखो भाई, अकाल पुरख नूं ये चंगा लगा अते मैनू उन्हें हुक्म किया कि मेरे पास आओ। रब नूं चंगा लग्या, रब दा हुक्म होया। जो रब नूं चंगा लगे, जो रब ने हुक्म दिता होवे, अगों आकड़ के नहीं खलोना चाहिए। अगों नहीं कहना चाहिए मैं मरना नहीं चाहता, मैं नहीं जाना चाहता। नहीं, सानू ये सीखना पेगा। पर तां होएगा ना जे असी गुरु दे अनुसार ही चलांगे, जीवन चंगा होएगा, तदे असी रब कोल पहुंचांगे। नहीं तो फिर मारा दुख साडे सामने हैगे ही नहीं।